ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਰੂ ਦੀਦਾਰ ਦੀ ਬਰਕਤ ਪ੍ਰਦਾਨ ਕਰੇ। ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, इसलिए जितने माता भ्राता हाजरीन हाजरी भर रहे हो, पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु नानक देव जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा, वाहिगुरु जी की फतेह। कल तक सरवण करदियां इतना आपने प्रेम सहित सरवण किया कि जगत गुरु गुरु अंगद देव महाराज जी दी महान आसीस सदका, मेहर भरे सिर ते हथ सदका गुरु नानक देव जी दे परम सिख परम श्रद्धालु देशां विदेशां विच नाल भरमण करन वाले, सेवा करन वाले भाई बाला जी संधू, उन्हां दे नाल भाई लाला पन्नू, महाराज जी दी जन्म पत्रिका प्राप्त करन वास्ते ननकाना साहिब रायपुरे दी तलवंडी पहुंचे ते आके हजूर गुरु नानक देव जी दे चाचा जी बाबा लालू जी नूं नमस्कार कीती ते गुजारिश कीती बई सतगुरु गुरु अंगद देव जी जिन्हां नूं गुरु नानक ने आप 5 पैसे नारियल रख के मत्था टेकिया, परिक्रमा कीतियां, उन्होंने सतगुरु जी का इतिहास संभालण लई जन्म पत्रिका लैके आउण लई आख्या है ते असीं तुहाडे चरनां विच हाज़र होए। गुरसिखां नूं जो सतगुरु जी ने सिक्खी दी दात दिती है वो सारे संसार विच सब तो निर्माण महान दात है। जैसे होर मत ने जिवें जैन मत है ते जैन का आखिरी अर्थ बनता है जो जित प्राप्त कर गया, विजयी हो गया। इस तरह दे नाल होर मत हैं जोगी जो पूरा जुड़ गया। थोड़ी जी अभिमान की झलक दिखाई पैंदी है, मैं जित गया, मैं जुड़ गया। ज़्यादा खुलासा ना भी करिए तो इतना कह सकते हैं सारी दुनिया विच सब तो निर्माण जे मत कोई है तो गुरु नानक दा मत है। इत्थे शब्द ही सिख वरत्या जो हर वेले सिखण नूं तैयार है। अभिमान नहीं है कि मैं हुण पूरा सिख गया, मैं हुण बहुत ज्ञाता हो गया, मेरे वर्गा विद्वान कोई नहीं, महान कोई नहीं। दुनिया दे सब तो महान मत गुरु नानक दा मत होण दे बावजूद महानता दे नाल निर्माणता जुड़ी हुई है। सिख शब्द ही निमरता दा लखायक है। इसलिए बड़े मिठे बोलों च बाबा
ਲਾਲੂ ਜੀ ਨਾਲ ਵਾਰਤਾਲਾਪ ਹੋਈ। ਭਾਈ ਜੀ ਦੇ ਵੀ ਬੋਲ ਹਨ, ਹੋਂ ਤਿਸ ਕੋਲ ਕਮਾਇਆ, ਗੁਰਮੁਖ ਬੋਲ ਬੋਲ ਦੇ ਮਿੱਠਾ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਤਰੇ ਪਿਆਰ। ਜਿਤ ਬੋਲਿਆ ਪਤ ਪਾਈ ਹੈ, ਉਹ ਬੋਲਿਆ ਹੋਇਆ ਮਹਾਰਾਜ ਕਹਿੰਦੇ ਨੇ ਪ੍ਰਵਾਨ ਹੈ। ਇਸ ਲਈ ਸਭ ਤੋਂ ਮਹਾਨ ਗੁਣ ਹੈ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਬੜੇ ਮਿਠਾਸ ਤੇ ਵਿਨਮਰਤਾ ਭਰੇ ਲਹਿਜੇ ਵਿੱਚ ਭਾਈ ਬਾਲਾ ਜੀ ਤੇ ਭਾਈ ਲਾਲਾ ਜੀ ਨੇ ਬਾਬਾ ਲਾਲੂ ਜੀ ਨੂੰ ਨਮਸਕਾਰ ਕੀਤੀ ਤੇ ਆਪਣਾ ਪ੍ਰਯੋਜਨ ਦੱਸਿਆ। ਅਸੀਂ ਜਨਮ ਪੱਤਰਕਾ ਲੈਣ ਵਾਸਤੇ ਆਏ ਹਾਂ। ਜਨਮ ਪੱਤਰਕਾ ਮੰਗਾਉਣਾ ਇੱਕ ਬਹੁਤ ਵੱਡਾ ਮਹਾਨ ਕਰਮ ਹੈ। ਇਤਿਹਾਸ ਨੂੰ ਸਾਂਭਣ ਦਾ ਪ੍ਰਯੋਜਨ ਹੈ। ਮਹਾਰਾਜ ਦਾ ਇਤਿਹਾਸ ਸੰਭਾਲਿਆ ਜਾ ਸਕੇ। ਉਹਨਾਂ ਦਾ ਕਦ ਜਨਮ ਹੋਇਆ, ਉਸ ਦਿਨ ਕੀ ਸੀ, ਵਾਰ ਕੀ ਸੀ, ਤਾਰੀਖ ਕੀ ਸੀ, ਸਮਾਂ ਕਿਤਨਾ ਸੀ। ਔਰ ਵੱਡੇ ਘਰਾਣੇ ਜਨਮ ਪੱਤਰਕਾ ਤਿਆਰ ਕਰਾ ਲੈਂਦੇ ਸਨ, ਨਹੀਂ ਤੇ ਬਹੁਤਿਆਂ ਦਾ ਅਟੇ ਸਟੇ ਹੀ ਚੱਲਦਾ ਸੀ। ਅਜੇ ਵੀ ਕਈ ਹੈ ਜਿਨ੍ਹਾਂ ਦੀ ਜਨਮ ਤਾਰੀਖ ਅਟੇ ਸਟੇ ਹੀ ਹੈ, ਪਤਾ ਨਹੀਂ ਬਸ ਰੱਖ ਛੱਡਿਆ ਵੀ ਫਲਾਣੀ ਤਰੀਕ, ਕੋਈ ਵੀ ਤਾਰੀਖ ਲਿਖ ਛੱਡੀ। ਬਾਬਾ ਲਾਲੂ ਜੀ ਆਖਣ ਲੱਗੇ, ਮੈਂ ਤੇ ਬਜ਼ੁਰਗ ਹੋ ਗਿਆ, ਸਰੀਰ ਮੇਰਾ ਵਡੇਰਾ ਹੈ ਤੇ ਮੈਨੂੰ ਪਤਾ ਨਹੀਂ ਉਹ ਜਨਮ ਪੱਤਰਕਾ ਕਿੱਥੇ ਹੋਵੇ। ਸਾਡੇ ਸਤਿਕਾਰਯੋਗ ਭਰਾਤਾ ਬਾਬਾ ਕਾਲੂ ਜੀ ਦਾ ਇੱਕ ਕੋਠਾ ਭਰਿਆ ਹੋਇਆ ਕਾਗਜ਼ਾਤਾਂ ਨਾਲ, ਉਹਨਾਂ ਵਿੱਚ ਖੁਰੇ ਕਿੱਧਰ ਹੋਵੇ ਤੇ ਕਦੋਂ ਮਿਲੇ ਕਿ ਨਾ ਮਿਲੇ, ਤੇ ਜੇ ਮਿਲ ਜਾਏ ਤੇ ਮੈਂ ਤੁਹਾਨੂੰ ਦੇ ਦੇਵਾਂਗਾ। ਬੜਾ ਸੋਹਣਾ ਲਿਖਿਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਸ਼ਰਧਾ ਤੋਂ ਮਨ ਸਦਕੇ ਜਾਂਦਾ ਹੈ। ਔਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਬਈ ਇਹ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਨਹੀਂ ਲਿਖਿਆ, ਬਲਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦੀ ਕਲਮ ਆਪਣੇ ਹੱਥ ਵਿੱਚ ਪਕੜ ਕੇ ਤੇ ਆਪ ਹੀ ਲਿਖਿਆ। ਐਸਾ ਸੋਹਣਾ ਦ੍ਰਿਸ਼ ਆਪ ਸੰਗਤ ਨਾਲ ਸਾਂਝਾ ਕਰਦੇ ਨੇ। ਪ੍ਰੇਮ ਭਿੱਜੇ ਅੱਖਰਾਂ ਵਿੱਚ ਲਿਖਦੇ ਨੇ, ਕਹਿ ਬਾਲਾ ਲਾਲੂ ਸੁਣੋ, ਤੂੰ ਕਾਲੂ ਕੋ ਭਰਾਤ। ਤੁਸੀਂ ਬਾਬਾ ਕਾਲੂ ਜੀ ਦੇ ਭਰਾਤਾ ਸ੍ਰੀ ਹੋ, ਉਹਨਾਂ ਦੇ ਭਰਾਤਾ ਹੋ। ਜਨਨ ਜਨਕ ਨਾਨਕ ਨਹਿਨ, ਤੁਮ ਤੇ ਅਬੈ ਅਗਾਤ। ਹੁਣ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਜਨਕ ਪਿਤਾ, ਉਹਨਾਂ ਦੇ ਧੰਨ ਪਿਤਾ ਪ੍ਰਧਾਨ ਬਾਬਾ ਕਾਲੂ ਜੀ ਸਰੀਰ ਕਰਕੇ ਨਹੀਂ ਹੈਗੇ, ਤੇ ਹੁਣ ਦਾਰੋ ਮਦਾਰ ਸਾਰਾ ਤੁਹਾਡੇ ਤੇ ਹੀ ਹੈ। ਉਹ ਪੱਤਰਕਾ ਤੁਹਾਡੇ ਰਾਹੀਂ ਹੀ ਸਾਨੂੰ ਪ੍ਰਾਪਤ ਹੋ ਸਕਦੀ। ਭਾਵ ਜੇ ਬਾਬਾ ਕਾਲੂ ਜੀ ਸਰੀਰ ਕਰਕੇ ਮੌਜੂਦ ਹੁੰਦੇ, ਉਹ ਦੇ ਦਿੰਦੇ, ਉਹਨਾਂ ਨੂੰ ਪਤਾ ਸੀ। ਪਰ ਹੁਣ ਅਸੀਂ ਆਪਣੇ ਆਪ ਫਰੋਲਾ ਫਰਾਲੀ ਨਹੀਂ ਕਰ ਸਕਦੇ। ਆਪ ਕਿਰਪਾ ਕਰੋ ਤੇ ਉਹ ਪੱਤਰਕਾ ਲੱਭ ਕੇ ਸਾਨੂੰ ਦੇ ਦਿਓ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ ਗੁਰੂ ਨਾਨਕ ਦੇਵ ਜੀ ਦੇ ਚਰਨ ਚੁੰਮਦਿਆਂ ਹੋਇਆਂ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੁਮ ਬਿਨ ਕੌਣ ਕਰੇ ਹਮ ਕਾਮਾ। ਹੇ ਬਾਬਾ ਲਾਲੂ ਜੀ, ਤੁਹਾਡੇ ਬਿਨਾ ਇਹ ਜਿਹੜਾ ਸਾਡਾ ਸਾਂਝਾ ਕੰਮ ਹੈ, ਇਤਿਹਾਸ ਨੂੰ ਸੰਭਾਲਣਾ, ਜਦ ਆਪ ਮੱਥਾ ਟੇਕਦੇ ਹੋ ਨਾ ਤੇ ਪਰਿਕਰਮਾ ਕਰਕੇ ਤਖਤ ਸ੍ਰੀ ਹਰਿਮੰਦਰ ਜੀ ਦੇ ਪੂਰਬ ਦਿਸ਼ਾ ਵਿੱਚ ਜਾਂਦੇ ਹੋ, ਤਾਂ ਮੂਲ ਜਨਮ ਸਥਾਨ ਵਿੱਚ ਲੱਗਿਆ ਹੋਇਆ ਇੱਕ ਸ਼ਿਲਾ ਲੇਖ ਤੁਹਾਨੂੰ ਪੜ੍ਹਨ ਵਿੱਚ ਆਉਂਦਾ ਹੈ।
ਉਸ ਤੇ ਸਾਰਾ ਕੁਝ ਲਿਖਿਆ ਹੋਇਆ ਬਈ ਫਲਾਣਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ। ਫਿਰ ਪਹਿਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਾਈ, ਉਹ ਸਾਰਾ ਲਿਖਿਆ ਹੋਇਆ। ਕਿਉਂਕਿ ਲਿਖਿਆ ਹੋਣ ਨਾਲ ਸਾਰਾ ਤਾਜ਼ਾ ਹੋ ਜਾਂਦਾ ਹੈ ਔਰ ਮਨੁੱਖ ਉਸ ਸਮੇਂ ਵਿੱਚ ਉਸ ਕਾਲ ਵਿੱਚ ਪਹੁੰਚ ਜਾਂਦਾ ਹੈ ਜਦੋਂ ਇਹ ਖੇਡ ਵਰਤੀ ਹੁੰਦੀ। ਇਸ ਲਈ ਤੁਹਾਡੇ ਬਿਨਾਂ ਇਹ ਸਾਡਾ ਕੰਮ ਬਾਬਾ ਲਾਲੂ ਜੀ ਹੋਰ ਕੋਈ ਨਹੀਂ ਕਰ ਸਕਦਾ, ਜਿਹੜਾ ਸਾਨੂੰ ਜਨਮ ਪੱਤਰਕਾ ਲੱਭ ਕੇ ਦੇਵੇ। ਹਾਂਜੀ, ਭਵ ਪਤਰੀ ਉਠ ਖੋਜੋ ਤਾਮਾ। ਤੁਸੀਂ ਥੋੜਾ ਜਿਹਾ ਉਪਰਾਲਾ ਕਰੋ ਆਪਣੇ ਘਰ ਵਿੱਚ, ਭਾਵ ਬਾਬਾ ਕਾਲੂ ਜੀ ਦੇ ਘਰ ਵਿੱਚ ਜਨਮ ਪੱਤਰਕਾ ਜਿਹੜੀ ਉਸ ਦੀ ਖੋਜ ਕਰੋ। ਬਾਲੇ ਕੀ ਸੁਨ ਗਿਰਾ ਰਸਾਲੂ। ਭਾਈ ਬਾਲਾ ਜੀ ਦੇ ਰਸ ਵਾਲੇ ਬੋਲ ਸੁਣ ਕੇ, ਗੁਰਸਿੱਖਾਂ ਦਾ ਬੋਲਣਾ ਇਹੀ ਹੁੰਦਾ ਹੈ, ਬੜੇ ਮਿਠਾਸ ਨਾਲ, ਬੜੇ ਪ੍ਰੇਮ ਨਾਲ, ਬੜੇ ਧੀਮੇ ਲਹਿਜੇ 'ਚ ਗੱਲ ਕਰਦੇ ਔਰ ਐਸੇ ਬੋਲ ਕਹਿੰਦੇ ਨੇ ਅਗਲਾ ਬੋਲਣ ਰਾਹੀਂ ਸਨਮਾਨ ਪ੍ਰਾਪਤ ਕਰਦਾ। ਤੇ ਮਨਮੁਖਾਂ ਦੇ ਬੋਲ ਹੰਕਾਰ ਵਾਲੇ ਹੁੰਦੇ ਨੇ, ਖਰਵੇ ਹੁੰਦੇ ਨੇ, ਕਟੂ ਬੋਲ ਹੁੰਦੇ ਨੇ। ਉਹ ਆਪਣੇ ਹੱਥ ਨਾਲ ਭਾਵੇਂ ਨਾ ਹੀ ਕਰਨ, ਪਰ ਉਹਨਾਂ ਦੇ ਬੋਲ ਹੀ ਅਗਲੇ ਦਾ ਅਪਮਾਨ ਕਰ ਛੱਡਦੇ, ਜੋ ਅਗਲੇ ਦੇ ਹਿਰਦੇ ਨੂੰ ਖਰਾਸ ਪਹੁੰਚਾਉਂਦੇ ਨੇ, ਦਿਲ ਸਿਕਣੀ ਕਰਦੇ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਤੇ ਐਸੇ ਸਾਹਿਬ ਹਨ, ਜੇ ਕੌੜੇ ਰੇਠੇ ਦੇ ਕੋਲੋਂ ਲੰਘੇ ਨੇ ਉਹ ਵੀ ਮਿੱਠਾ ਹੋ ਗਿਆ। ਤੇ ਐਸੇ ਗੁਰੂਦੇਵ ਜੀ ਦੇ ਨਾਲ ਜਿਹੜਾ ਸਾਰੀਆਂ ਯਾਤਰਾਵਾਂ 'ਚ ਰਿਹਾ ਹੋਵੇ, ਉਸ ਦੇ ਬੋਲ ਤੇ ਰਸਾਲੂ ਹੀ ਹੋਣਗੇ, ਪ੍ਰੇਮਮਈ ਹੋਣਗੇ, ਕੌੜੇ ਨਹੀਂ ਹੋ ਸਕਦੇ। ਮਹਾਰਾਜ ਜੀ ਨੇ 10ਵੇਂ ਜਾਮੇ 'ਚ ਸਿੱਖ ਨੂੰ ਖੰਡਾ ਵੀ ਪਕੜਾਇਆ ਤੇ ਉਹ ਵੀ ਅੰਮ੍ਰਿਤ ਵਿੱਚ ਡੋਬ ਕੇ ਪਕੜਾਇਆ, ਮਿੱਠਾ ਕਰਕੇ, ਕੌੜਾਪਨ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਆਪ ਬਿਆਨ ਕਰਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੈ। ਕਟ ਕਟ ਵਾਸੀ ਸਰਬ ਨਿਵਾਸੀ, ਨੇਰੇ ਹੂੰ ਤੇ ਨੇਰਾ, ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਬੜੀ ਮਿਠਾਸ ਹੈ, ਬੜਾ ਰਸ ਹੈ, ਬੜਾ ਆਨੰਦ ਹੈ ਤੇ ਬੜਾ ਅਦਬ ਹੈ। ਬੜੇ ਰਸਾਲੂ ਬੋਲ ਭਾਈ ਬਾਲਾ ਜੀ ਨੇ ਆਖੇ ਹਨ। ਕਾਗਰ ਗ੍ਰਹਿ ਖੋਜਤ ਪਾਲਾਲੂ। ਫਿਰ ਇਸ ਤਰ੍ਹਾਂ ਦੇ ਨਾਲ ਕਾਗਜ਼ ਆਪਣੇ ਘਰ ਵਿੱਚ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਦੇ ਮਿਠਾਸ ਭਰੇ ਬੋਲ ਸੁਣ ਕੇ ਪ੍ਰੇਰਿਤ ਹੋ ਕੇ ਤੇ ਆਖਣ ਲੱਗੇ, ਆਓ ਮਿਲ ਕੇ ਖੋਜਦੇ ਆਂ, ਲੱਭਦੇ ਆਂ ਕਿੱਥੇ ਹੈਗਾ। ਔਰ ਇਸ ਤਰ੍ਹਾਂ ਕਾਗਜ਼ਾਂ ਦੇ ਕੋਠਾ ਭਰਿਆ ਹੋਇਆ, ਉਸ ਵਿੱਚ ਖੋਜਣ ਲੱਗ ਪਏ। ਖੋਜਤ ਖੋਜਤ ਪਤਰੀ ਜਬੇਹੀ। ਇਸ ਤਰ੍ਹਾਂ ਖੋਜਦਿਆਂ ਖੋਜਦਿਆਂ 4 ਦਿਨ ਲੰਘ ਗਏ ਤੇ ਬਾਬਾ ਕਾਲੂ ਲਾਲੂ ਜੀ ਕਹਿਣ ਲੱਗੇ, ਭਈ ਭਾਈ ਬਾਲਾ ਜੀ, ਭਾਈ ਲਾਲਾ ਜੀ, ਲੱਗਦਾ ਉਹ ਕਾਗਜ਼ ਜਿਹੜਾ ਤੁਸੀਂ ਲੱਭਦੇ ਪਏ ਹੋ, ਤੁਹਾਨੂੰ ਚਾਹੀਦਾ, ਉਹ ਇੱਥੇ ਹੈ ਨਹੀਂ। 4 ਦਿਨ ਲੰਘ ਗਏ ਹਨ, ਨਹੀਂ ਲੱਭਿਆ। ਹੁਣ ਮੈਂ ਵੀ ਕਿੰਨਾ ਕੁ ਲੱਭ ਸਕਦਾ ਹਾਂ। ਤੇ ਭਾਈ ਬਾਲਾ ਕਹਿਣ ਲੱਗੇ, ਨਹੀਂ, ਗੁਰੂ ਅੰਗਦ ਦੇਵ ਜੀ ਦਾ ਬਚਨ ਹੈ, ਲੈ ਕੇ ਆਓ। ਤੇ ਜੇ ਉਹਨਾਂ ਦਾ ਬਚਨ ਹੈ ਫਿਰ ਇੱਥੇ ਹੀ ਮਿਲੇਗਾ, ਫਿਰ ਇੱਥੇ ਹੀ ਹੋਵੇਗਾ। ਗੁਰੂ ਸਾਹਿਬ ਜੀ ਦਾ ਬਚਨ ਹੈਗਾ। ਜੇ ਇੱਥੇ ਉਹ ਪੱਤਰਕਾ ਨਾ ਹੁੰਦੀ ਤਾਂ ਮਹਾਰਾਜ ਸਾਨੂੰ ਨਾ ਭੇਜਦੇ। ਇਹਨਾਂ ਦਾ ਵੀ ਪੂਰਾ ਭਰੋਸਾ ਹੈ। ਇਸ ਤਰ੍ਹਾਂ 4 ਦਿਨ ਲੰਘ ਗਏ ਪੱਤਰਕਾ ਦੀ ਖੋਜ ਕਰਦਿਆਂ ਕਰਦਿਆਂ, ਤੇ ਦਿਵਸ 5ਵੇਂ ਪਾਈ ਤਬ ਹੀ। ਉਦਾਸ ਤੇ ਨਿਰਾਸ਼ ਨਹੀਂ ਹੋਏ, ਭਰੋਸੇ ਨਾਲ ਲੱਭਦੇ ਰਹੇ। ਸਾਡਾ ਸੁਭਾਅ ਹੈ, ਅਸੀਂ ਥੋੜਾ ਜਿਹਾ ਦੇਰ ਹੋ ਜਾਏ ਤੇ ਉਦਾਸ ਹੋ ਜਾਂਦੇ।
ਤੇ ਉਦਾਸ ਹੀ ਨਹੀਂ ਹੋ ਜਾਂਦੇ, ਨਿਰਾਸ਼ ਵੀ ਹੋ ਜਾਂਦੇ। ਫਿਰ ਅੰਮ੍ਰਿਤ ਰਤਨਾਂ ਵਰਗੇ ਜਿਸ ਦੀ ਬਾਣੀ ਦੇ ਬਚਨ ਹਨ ਉਸ ਨੂੰ ਛੱਡ ਕੇ ਤੇ ਨਿਰਾਸ਼ਾ ਧਾਰਨ ਕਰਕੇ ਕਬਰਾਂ ਵੱਲ ਚਲੇ ਜਾਂਦੇ ਹਨ। ਸਤਿਗੁਰੂ ਜਾਗਤਾ ਹੈ ਦਿਓ, ਜੇ ਜਾਗਦੇ ਜਿਉਂਦੇ ਬੋਲਦੇ ਸੁਣਦੇ ਸਾਹਿਬ ਜੀ ਕੋਲੋਂ ਤੂੰ ਝੋਲੀ ਭਰਨ ਵਿੱਚ ਅਸਫਲ ਰਿਹਾ ਹੈ ਤੇ ਜਿਹੜੇ ਪਤਾ ਨਹੀਂ ਕਦੋਂ ਦੇ ਮਰ ਕੇ ਮਿੱਟੀ ਵਿੱਚ ਹੱਡੀਆਂ ਵੀ ਮਿਲ ਗਈਆਂ, ਉੱਥੋਂ ਕਬਰਾਂ ਤੋਂ ਤੈਨੂੰ ਕੀ ਮਿਲ ਜਾਣਾ। ਕਈ ਪੱਥਰਾਂ ਦੀਆਂ ਅੰਗੂਠੀਆਂ ਪਾ ਲੈਣਗੇ। ਮਹਾਰਾਜ ਜੀ ਨੇ ਬੋਲ ਵੀ ਆਖੇ ਹਨ, ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁੱਟ ਹੋ ਕਾਲ ਜਾਲ ਤੇ ਤਬ ਹੀ ਗਹੋ ਸ਼ਰਨ ਜਗਤਾਗਰ। ਇਸ ਲਈ ਸਿੱਖ ਗੁਰੂ ਤੇ ਭਰੋਸਾ ਰੱਖ ਕੇ ਲੱਗਾ ਰਵੇ ਤੇ ਸਫਲਤਾ ਦੀ ਦਾਤ ਗੁਰੂ ਆਪ ਝੋਲੀ ਵਿੱਚ ਪਾ ਦਿੰਦਾ। 4 ਦਿਨ ਲੰਘੇ ਤੇ ਮਨ ਬਣਿਆ ਸ਼ਾਇਦ ਹੈ ਹੀ ਨਹੀਂ ਹੈ। ਆਖਣ ਲੱਗੇ ਨਹੀਂ ਜੇ ਨਾ ਹੁੰਦਾ ਫਿਰ ਗੁਰੂ ਅੰਗਦ ਦੇਵ ਜੀ ਸਾਨੂੰ ਨਾ ਭੇਜਦੇ, ਹੈ ਤਾਂ ਹੀ ਉਹਨਾਂ ਨੇ ਭੇਜਿਆ, ਤਾਂ ਹੀ ਉਹਨਾਂ ਨੇ ਆਗਿਆ ਕੀਤੀ ਹੈ। ਤੇ ਫਿਰ ਇਸ ਤਰ੍ਹਾਂ 5ਵੇਂ ਦਿਨ ਪ੍ਰਾਪਤ ਹੋਈ, ਦਿਵਸ 5ਵੇਂ ਪਾਈ ਤਬ ਹੀ। ਫਿਰ ਉਹਨਾਂ ਨੂੰ 5ਵੇਂ ਦਿਨ ਖੋਜ ਕਰਦਿਆਂ ਕਰਦਿਆਂ 5ਵਾਂ ਦਿਨ ਵੀ ਲੰਘ ਗਿਆ ਤੇ ਜਨਮ ਪੱਤਰਿਕਾ ਪ੍ਰਾਪਤ ਹੋ ਗਈ। ਦੀਨੀ ਲਾਲੂ ਨੈ ਕਰ ਬਾਲਾ, ਤੇ ਬਾਬਾ ਲਾਲੂ ਜੀ ਕਹਿਣ ਲੱਗੇ ਐ ਲਓ ਮਿਲ ਗਈ ਹੈ ਜਿਸ ਨੂੰ ਤੁਸੀਂ ਲੱਭ ਰਹੇ ਸੀ। ਸਾਧ ਸੰਗਤ ਐਸਾ ਹੋ ਜਾਂਦਾ, ਪਾਰ ਬ੍ਰਹਮ ਪਰਮੇਸ਼ਰ ਦੀ ਆਪਣੇ ਅੰਦਰ ਕੋਈ ਖੋਜ ਕਰਨ ਲੱਗ ਪਏ ਤੇ ਇੱਕ ਦਿਨ ਉਹਦਾ ਦੀਦਾਰ ਨਸੀਬ ਹੋ ਹੀ ਜਾਂਦਾ ਹੈ, ਮਿਲਣਾ ਹੋ ਹੀ ਜਾਂਦਾ ਹੈ। ਹਾਂ ਸਮਾਂ ਵੱਧ ਲੱਗ ਸਕਦਾ ਹੈ ਜਾਂ ਘੱਟ ਵੀ ਲੱਗ ਸਕਦਾ ਹੈ, ਪਰ ਪ੍ਰਾਪਤੀ ਤੋਂ ਕੋਈ ਵਾਂਝਾ ਨਹੀਂ ਰਹਿ ਜਾਂਦਾ, ਥੋੜਾ ਉਦਮ ਕਰਨਾ ਪੈਂਦਾ। ਬੜੀ ਦੂਰੋਂ ਚੱਲ ਕੇ ਆਏ ਸਾਈਂ ਭੀਖਣ ਸਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਦਾਰ ਹੋ ਗਿਆ। ਉਹਨਾਂ ਨੂੰ ਲੰਬਾ ਸਫ਼ਰ ਕਰਨਾ ਪਿਆ। ਅੰਬਾਲੇ ਦੇ ਕੋਲੋਂ ਚੱਲ ਕੇ ਆਏ, ਕੋਈ 1300 ਕਿਲੋਮੀਟਰ ਬਣਦਾ ਤੇ ਮੈਂ ਅਰਜ਼ ਕਰਾਂ ਪੰਡਤ ਸ਼ਿਵਦੱਤ ਜੀ 2 ਕਦਮਾਂ ਤੋਂ ਹੀ ਮਹਾਰਾਜ ਨੂੰ ਮਿਲ ਪਏ, ਬਲਕਿ ਮਹਾਰਾਜ ਸੱਚੇ ਪਾਤਸ਼ਾਹ ਖੁਦ ਬਾਲਕਾਂ ਨਾਲ ਖੇਡਦਿਆਂ ਖੇਡਦਿਆਂ ਸ਼੍ਰੀ ਰਾਮ ਰੂਪ ਹੋ ਕੇ ਦੀਦਾਰ ਬਖਸ਼ਿਆ। ਮੇਲ ਜ਼ਰੂਰ ਹੋ ਜਾਂਦਾ ਹੈ, ਕਿਸੇ ਨੂੰ ਥੋੜਾ ਜ਼ਿਆਦਾ ਸਫ਼ਰ ਕਰਨਾ ਪੈਂਦਾ, ਕੋਈ 2 ਕਦਮ ਚੱਲ ਕੇ ਹੀ ਮਿਲ ਪੈਂਦਾ। ਪਰ ਇਹ ਨਹੀਂ ਹੈ ਬਈ ਭੀਖਣ ਸਾਹ ਨੂੰ ਦੀਦਾਰ ਨਹੀਂ ਹੋਇਆ ਜਾਂ ਸ਼ਿਵਦੱਤ ਜੀ ਨੂੰ ਦੀਦਾਰ ਨਹੀਂ ਹੋਇਆ। ਕਈਆਂ ਜਨਮਾਂ ਤੋਂ ਚੱਲਦੀ ਆ ਰਹੀ ਸੀ ਮਾਤਾ ਬਿਸ਼ੰਬਰੀ ਦੇਵੀ ਰਾਣੀ ਮਹਿਣੀ, ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਗੋਦ 'ਚ ਬੈਠ ਕੇ ਆਖਣ ਲੱਗੇ ਤੁਸੀਂ ਮਨ ਬਣਾਇਆ ਪੁੱਤਰ ਮੇਰੇ ਵਰਗਾ ਹੋਵੇ ਤੇ ਮੈਂ ਹੀ ਤੁਹਾਡਾ ਪੁੱਤਰ ਹੋ ਜਾਣਾ, ਮੇਰੀ ਮਾਂ ਹੋਣ ਦਾ ਹੀ ਸਨਮਾਨ ਪ੍ਰਾਪਤ ਕਰੋ। ਸਮਾਂ ਲੱਗਦਾ ਹੈ ਕਿਸੇ ਨੂੰ 1300 ਕਿਲੋਮੀਟਰ, ਕਿਸੇ ਨੂੰ ਕਈ ਜਨਮ ਤੇ ਕਿਸੇ ਨੂੰ 2 ਕਦਮਾਂ ਤੇ ਹੀ ਮੇਲ ਹੋ ਜਾਂਦਾ ਹੈ, ਵੱਧ ਘੱਟ ਸਮਾਂ ਲੱਗਦਾ। ਪਰ ਭਰੋਸਾ ਬੰਦਾ ਬਣਾਈ ਰੱਖੇ, ਭਰੋਸਾ ਨਾ ਤੋੜੇ, ਗੁਰੂ ਦੀ ਮਿਹਰ ਦੀ ਖੇਡ ਵਰਤ ਜਾਂਦੀ। ਭਾਵੇਂ 5ਵੇਂ ਦਿਨ ਹੀ ਪੱਤਰਕਾ ਮਿਲੀ ਹੈ, ਭਰੋਸਾ ਸੀ ਤੇ ਮਿਲ ਗਈ। ਤੇ ਬਾਬਾ ਲਾਲੂ ਜੀ ਆਖਣ ਲੱਗੇ ਐ ਲਓ ਭਾਈ ਬਾਲਾ ਜੀ ਪਕੜੋ, ਜੋ ਲੈਣ ਆਏ ਸੀ ਤੁਹਾਨੂੰ ਦੇ ਰਹੇ ਹਾਂ। ਤਾਹੀਂ ਦਈ ਕਰ ਪੰਨੂ ਲਾਲਾ, ਬਹੁਤ ਸਨਮਾਨ ਨਾਲ ਝੁਕਦਿਆਂ ਹੋਇਆਂ ਮਸਤਕ ਤੇ ਲਾ ਕੇ ਭਾਈ ਬਾਲਾ ਜੀ ਨੇ ਉਹ ਜਨਮ ਪੱਤਰਿਕਾ ਭਾਈ ਲਾਲਾ ਪੰਨੂ ਜੀ ਨੂੰ ਪਕੜਾ ਦਿੱਤੀ। ਆਖਿਆ ਇਹ ਲਓ ਆਪਣੇ ਕੋਲ ਸੰਭਾਲੋ। ਹਾਂਜੀ, ਲੈ ਪੰਨੂ ਪੁਨ ਬਚਨ ਉਚਾਰੇ, ਭਾਈ ਲਾਲਾ ਪੰਨੂ ਨੇ ਲੈ ਕੇ ਨਾ ਤੇ ਇਸ ਤਰ੍ਹਾਂ ਪਾਵਨ ਪਵਿੱਤਰ ਹਿਰਦੇ ਤੋਂ ਰਸਕ ਬੋਲ ਆਖੇ ਬਾਲੇ ਚਲਿਏ ਸੰਗ ਹਮਾਰੇ। ਭਾਈ ਲਾਲਾ ਪੰਨੂ ਕਹਿਣ ਲੱਗੇ ਭਾਈ ਬਾਲਾ ਜੀ ਹੁਣ ਸਾਡਾ ਸਾਥ ਨਿਰਾ ਇੱਥੋਂ ਤੱਕ ਹੀ ਨਹੀਂ,
ਬਈ ਤੁਸੀਂ ਤਲਵੰਡੀ ਰਹਿ ਜਾਓ ਤੇ ਮੈਂ ਖੰਡੂਰ ਚਲਾ ਜਾਵਾਂ। ਜਿਵੇਂ ਨਾਲ ਲੈ ਕੇ ਆਏ ਹੋ ਇਸ ਤਰ੍ਹਾਂ ਹੀ ਮੈਨੂੰ ਨਾਲ ਲੈ ਕੇ ਵੀ ਚੱਲੋ। ਤੁਸੀਂ ਆਉਂਦਿਆਂ ਹੋਇਆਂ ਗੁਰੂ ਨਾਨਕ ਦੀਆਂ ਗਾਥਾਵਾਂ ਸੁਣਾਈਆਂ ਤੇ ਸਫ਼ਰ ਦਾ ਪਤਾ ਹੀ ਨਹੀਂ ਚੱਲਿਆ। ਹੁਣ ਵੀ ਚਲੋ ਉਸੇ ਤਰ੍ਹਾਂ ਗੁਰੂ ਨਾਨਕ ਦਾ ਯਸ਼ ਕਰਦੇ ਹੋਏ ਮੇਰੇ ਨਾਲ ਚਲੋ। ਹੇਰੇ ਗੁਰੇ ਉਰੇ ਹਰਖ ਅਪਾਰਾ। ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਸ ਕਾਰਜ ਲਈ ਜਨਮ ਪੱਤਰਿਕਾ ਲੈਣ ਵਾਸਤੇ ਭੇਜਿਆ, ਜਦ ਲੈ ਕੇ ਜਾਵਾਂਗੇ ਦੇਖ ਕੇ ਬਹੁਤ ਪ੍ਰਸੰਨ ਹੋਣਗੇ। ਤੇ ਅਸੀਂ ਵੀ ਜਦ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਤਾਂ ਸਾਨੂੰ ਵੀ ਬਹੁਤ ਪ੍ਰਸੰਨਤਾ ਅਪਾਰ ਹਰਸ਼ ਪ੍ਰਾਪਤ ਹੋਵੇਗਾ। ਪਰਮ ਪ੍ਰਸਿੱਧ ਹੈ ਪਰਉਪਕਾਰਾ। ਔਰ ਇਸ ਤਰ੍ਹਾਂ ਪਰਮ ਪ੍ਰਸਿੱਧ ਹੈ ਪਰਉਪਕਾਰਾ। ਜਿਨ੍ਹਾਂ ਦਾ ਸੁਭਾਅ ਹੀ ਪਰਉਪਕਾਰੀ ਹੈ ਉਹ ਪਰਮ ਪ੍ਰਸੰਨ ਹੋਵਣਗੇ, ਖੁਸ਼ ਹੋਵਣਗੇ। ਸੁਨ ਸਰੋਨਨ ਮਨ ਮੈਂ ਅਨੁਮਾਨਾ। ਇਸ ਤਰ੍ਹਾਂ ਜਦ ਭਾਈ ਲਾਲਾ ਜੀ ਦੇ ਕੋਲੋਂ ਆਖੇ ਹੋਏ ਬੋਲ ਆਪਣੇ ਸਰਵਣਾ ਦੁਆਰਾ, ਭਾਵ ਧਿਆਨ ਨਾਲ, ਸਰਵਣਾ ਦੁਆਰਾ ਹੀ ਸਾਰੇ ਸੁਣਦੇ ਨੇ, ਉਚੇਚਾ ਕਹਿਣ ਦੀ ਲੋੜ ਨਹੀਂ ਹੁੰਦੀ। ਬਈ ਮੇਰੀ ਗੱਲ ਜਰਾ ਕੰਨ ਖੋਲ ਕੇ ਸੁਣਾ, ਅਸੀਂ ਕਹਿੰਦੇ ਆ ਕੋਈ ਕੰਨ ਕਿਸੇ ਨੇ ਬੰਦ ਥੋੜੀ ਕੀਤੇ ਹੋਏ। ਬਈ ਮੇਰੀ ਗੱਲ ਕੰਨਾਂ ਨਾਲ ਸੁਣ, ਅਸੀਂ ਕਹਿ ਦਿੰਦੇ। ਬਈ ਐਸਾ ਤੇ ਹੈ ਨਹੀਂ ਵੀ ਅਗਲਾ ਗੋਡਿਆਂ ਨਾਲ ਸੁਣਦਾ ਹੈ ਕਿ ਮੋਢਿਆਂ ਨਾਲ ਸੁਣਦਾ ਹੈ, ਸਾਰੇ ਕੰਨਾਂ ਨਾਲ ਹੀ ਸੁਣਦੇ ਨੇ। ਸੁਣਨ ਦਾ ਇੰਦਰਾ ਤੇ ਇਹੀ ਹੈ। ਤੇ ਧਿਆਨ ਨਾਲ ਸੁਣਨ ਤੋਂ ਮਤਲਬ ਹੈ ਵੀ ਕਦੇ ਕੰਨ ਸੁਣੋ ਅਰਦਾਸ ਜੀਓ। ਭਾਵ ਜਦ ਇਸ ਤਰ੍ਹਾਂ ਸਰਵਣਾ ਨਾਲ ਧਿਆਨ ਪੂਰਵਕ ਤੇ ਬੋਲਾਂ ਦੀ ਵੈਲਿਊ ਸਮਝਦਿਆਂ ਹੋਇਆਂ, ਬੋਲਾਂ ਦਾ ਮਤਲਬ ਸਮਝਦਿਆਂ ਹੋਇਆਂ ਪ੍ਰਸੰਨ ਹੋਏ ਭਾਈ ਬਾਲਾ ਜੀ। ਬਾਣੀ ਪਨਤ ਸੁਖਨ ਮਮਸਾਨੀ। ਬਹੁਤ ਸੋਹਣੇ ਪ੍ਰੇਮ ਨਾਲ ਭੱਜੇ ਹੋਏ ਬੋਲ ਆਖਦੇ ਹਨ। ਹਾਂਜੀ, ਗਵਨੇ ਜੁਗਲ ਸੰਗ ਮਗ ਮਾਹੀ। ਇਸ ਤਰ੍ਹਾਂ ਫਿਰ ਦੋਵੇਂ ਜਣੇ, ਦੋਵੇਂ ਸਿੱਖ, ਇੱਕ ਸਿੱਖ ਦੋ ਸਾਧ ਸੰਗ। ਜਦ ਤੁਸੀਂ ਆਉਂਦੇ ਹੋ ਨਾ ਲੰਬਾ ਸਫ਼ਰ ਕਰਕੇ ਪਟਨਾ ਸਾਹਿਬ ਜ਼ਿਆਰਤ ਨੂੰ, ਦਰਸ਼ਨਾਂ ਨੂੰ, ਤੇ ਇੱਕ ਦੋ ਸੰਗੀਆਂ ਨੂੰ ਨਾਲ ਲਿਆਇਆ ਕਰੋ ਤੇ ਰਸਤੇ ਵਿੱਚ ਮਹਾਰਾਜ ਦੀਆਂ ਗਾਥਾ ਕਰਦੇ ਆਓ। ਫਿਰ ਜਿਨ੍ਹਾਂ ਕਦਮਾਂ ਤੋਂ ਚੱਲੋਗੇ ਉੱਥੋਂ ਹੀ ਸਮਝੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਿਲਾਪ ਹੋ ਜਾਏਗਾ। ਜਦ ਗੁਰੂ ਦੀਆਂ ਗਾਥਾਵਾਂ ਵਿਚਾਰੋਗੇ, ਕੱਲਿਆਂ ਵੀ ਮਨ ਜਪਦਿਆਂ ਆ ਸਕਦਾ ਹੈ, ਪਰ ਜੇ ਦੋ ਮਿਲ ਜਾਵਣ ਤੇ ਫਿਰ ਸਾਧ ਸੰਗਤ ਦਾ ਰੂਪ ਬਣ ਜਾਂਦਾ ਹੈ ਤੇ ਗੁਰੂ ਦੀ ਕਲਾ ਵਰਤ ਪੈਂਦੀ ਹੈ। ਬਾਲਾ ਪੁਨ ਪੰਨੂ ਦਿਸਤਾਹੀ। ਔਰ ਇਸ ਤਰ੍ਹਾਂ ਦੇ ਨਾਲ ਬਾਲਾ ਜੀ ਤੇ ਪੰਨੂ ਦੇ ਪਾਸੇ ਦੋਹਰਾ ਲਾਲੋ ਚਲਤਿਓ ਮਿਲ ਤਬੈ ਪੈਸੇ ਪੰਜ ਨਲੇਰ। ਇਸ ਤਾਹੀਂ ਤੋਂ ਭਾਵ ਇਹ ਹੈ ਬਈ ਉਸੇ ਪਾਸੇ ਜਿੱਧਰੋਂ ਆਏ ਸਨ ਗੁਰੂ ਅੰਗਦ ਦੇਵ ਜੀ ਦੇ ਕੋਲ। ਸਿੱਖ ਦਾ ਜਿਹੜਾ ਸਫ਼ਰ ਹੈ ਨਾ, ਜਿਹੜਾ ਮਾਰਗ ਹੈ, ਜਿਹੜਾ ਪ੍ਰਸਾਰਤ ਹੈ, ਗੁਰੂ ਵੱਲ ਨੂੰ ਹੁੰਦਾ, ਹੋਰ ਕਿਸੇ ਪਾਸੇ ਸਿੱਖ ਨਹੀਂ ਜਾਂਦਾ। ਜਿਵੇਂ ਦਰਿਆ ਕੋਈ ਭਾਵੇਂ ਤ੍ਰਿੰਬਕ ਤੋਂ ਨਿਕਲੇ, ਕੋਈ ਭਾਵੇਂ ਜਮਨਾ ਤੋਂ, ਜਮਨੋਤਰੀ ਗੰਗਨੋਤਰੀ ਤੋਂ ਨਿਕਲੇ, ਪਰ ਦਰਿਆ ਚੱਲਦਾ ਸਾਗਰ ਵੱਲ ਨੂੰ ਹੀ ਹੈ, ਹੋਰ ਕਿਸੇ ਪਾਸੇ ਨੂੰ ਨਹੀਂ ਚੱਲਦਾ। ਇਸ ਤਰ੍ਹਾਂ ਜਿਹੜਾ ਸਿੱਖ ਹੈ ਨਾ, ਉਹਦੀ ਯਾਤਰਾ, ਉਹਦੀ ਮੰਜ਼ਿਲ ਮਕਸੂਦ ਗੁਰੂ ਹੀ ਹੈਗਾ। ਸਿੱਖ ਦਾ ਸਵੇਰੇ ਜਾਗਦਿਆਂ ਹੀ ਗੁਰੂ ਦਾ ਨਾਮ ਜਪਣਾ, ਗੁਰੂ ਦੀ ਬਖਸ਼ੀ ਹੋਈ ਬਰਕਤ ਨਿਤਨੇਮ ਕਰਨਾ, ਸਤਸੰਗ ਕਰਨਾ, ਇਹਦਾ ਮਤਲਬ ਹੈ ਸਿੱਖ ਗੁਰੂ ਵੱਲ ਨੂੰ ਚੱਲਦਾ। ਸਿੱਖ ਹੋਰ ਕਿਸੇ ਪਾਸੇ ਨਹੀਂ ਜਾਂਦਾ, ਤੇ ਜਿਹੜਾ ਹੋਰ ਕਿਸੇ ਪਾਸੇ ਜਾਵੇ ਉਹ ਪਤਾ ਨਹੀਂ ਅਜੇ ਸਿੱਖ ਹੈ ਵੀ ਹੈ ਕਿ ਨਹੀਂ। ਇਸ ਤਰ੍ਹਾਂ ਗੁਰੂ ਦਿਸ਼ ਤਾਂ ਹੀ ਗੁਰੂ ਪਾਤਸ਼ਾਹ ਵੱਲ ਜਿੱਧਰੋਂ ਆਏ ਸਨ ਉਧਰ ਨੂੰ ਰਵਾਨਾ ਹੋਏ ਤੇ ਬਾਬਾ ਲਾਲੂ ਜੀ ਚਲਦਿਆਂ ਨਾਲ ਮਿਲੇ, ਅੱਗੇ ਆ ਗਏ। ਆਪਣੀ ਦਿਸ ਤੇ ਪੇਟ ਦੇ
अपनी दिस ते पेट दे बोलियो मुख ते फेर। ਇਸ ਤਰ੍ਹਾਂ ਪੈਸੇ 5 ਨਲੇਰ ਨਾਲੇ ਇੱਕ ਨਾਰੀਅਲ ਸ਼ਰੀਫਲ ਤੇ 5 ਪੈਸੇ ਬਾਬਾ ਲਾਲੂ ਜੀ ਨੇ ਵੀ ਦਿੱਤੇ ਔਰ ਆਪਣੇ ਵੱਲੋਂ ਭੇਟਾ ਕੀਤੀ ਤੇ ਇਸ ਤਰ੍ਹਾਂ ਆਪਣੀ ਰਸਨਾ ਤੋਂ ਬੋਲਣ ਲੱਗੇ। ਚੌਪਈ ਹਮਰੇ ਦਿਸ ਤੇ ਦੇਹੁ ਸੰਦੇਸਾ। ਕਮਾਲ ਦੀ ਗੱਲ ਇਹ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਭਾਈ ਲਹਿਣਾ ਜੀ ਨੂੰ ਅੰਗੇ ਖੁਦਾ ਬਣਾ ਕੇ ਆਪਣਾ ਆਪਾ ਉਹਨਾਂ ਦੇ ਹਿਰਦੇ ਵਿੱਚ ਟਿਕਾ ਕੇ ਤੇ 5 ਪੈਸੇ ਤੇ ਨਾਰੀਅਲ ਭੇਟਾ ਕੀਤਾ, ਮੱਥਾ ਟੇਕਿਆ। ਤੇ ਗੁਰੂ ਨਾਨਕ ਦੇ ਬਜ਼ੁਰਗਾਂ ਨੇ ਵੀ 5 ਪੈਸੇ ਤੇ ਮੱਥਾ ਟੇਕਿਆ ਭਾਈ ਲਹਿਣਾ ਗੁਰੂ ਅੰਗਦ ਦੇਵ ਜੀ। ਆਖਿਆ ਲੋ ਜੇ ਗੁਰੂ ਨਾਨਕ ਆਪਣੀ ਗੁਰਤਾ, ਆਪਣੀ ਗੱਦੀ, ਆਪਣਾ ਸਿੰਘਾਸਣ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ ਨੇ ਤੇ ਮੇਰਾ ਵੀ ਮੱਥਾ ਉਹਨਾਂ ਨੂੰ ਟੇਕ ਦੇਣਾ, ਮੈਂ ਵੀ ਸਭ ਕੁਝ ਉਹਨਾਂ ਨੂੰ ਭੇਟਾ ਕਰਦਾ। ਗੁਰੂ ਨਾਨਕ ਦੇ ਬਜ਼ੁਰਗ ਨੇ ਬਾਬਾ ਲਾਲੂ ਜੀ, ਉਹਨਾਂ ਨੇ ਵੀ 5 ਪੈਸੇ ਤੇ ਨਾਰੀਅਲ ਮੱਥਾ ਟੇਕਣ ਲਈ ਭੇਟ ਕੀਤਾ। ਸ੍ਰੀ ਅੰਗਦ ਜਿਸ ਦੋਸ ਨ ਲੇਸਾ। ਆਖਣ ਲੱਗੇ ਸਾਡੇ ਵੱਲੋਂ ਮਹਾਰਾਜ ਜੀ ਨੂੰ ਬੇਨਤੀ ਕਰਨੀ, ਜਿਨ੍ਹਾਂ ਦੇ ਜੀਵਨ ਵਿੱਚ ਕਿਸੇ ਦੋਸ਼ ਦਾ, ਕਿਸੇ ਪਾਪ ਦਾ ਲੇਸ ਮਾਤਰ ਵੀ ਨਹੀਂ ਹੈ। ਸ੍ਰੀ ਚੰਦ ਜੇ ਰਿਸਕੋ ਤਰੈ। ਮੈਨੂੰ ਸ੍ਰੀ ਚੰਦ ਦੇ ਸੁਭਾਅ ਦਾ ਪਤਾ ਹੈ, ਕਿਤੇ ਗੁੱਸਾ ਨਾ ਕਰੇ। ਬਹੁਤ ਵੱਡੀ ਆਤਮਾ, ਪਵਿੱਤਰ ਹਿਰਦਾ ਗੁਰੂ ਨਾਨਕ ਦੇਵ ਜੀ ਦੇ ਘਰ ਪਹਿਲਾ ਸਾਹਿਬਜ਼ਾਦਾ ਰੂਪ ਵਿੱਚ ਪ੍ਰਗਟ ਹੋਏ ਬਾਬਾ ਸ੍ਰੀ ਚੰਦ ਜੀ, ਵੱਡੀ ਬੰਦਗੀ ਵਾਲੇ ਨੇ। ਪਰ ਬਾਬਾ ਲਾਲੂ ਜੀ ਕਹਿੰਦੇ ਨੇ ਵੀ ਜੇ ਕਿਤੇ ਗੁਰੂ ਅੰਗਦ ਦੇਵ ਜੀ ਨਾਲ ਨਾਰਾਜ਼ ਵੀ ਬੋਲਣ, ਕਈ ਵਾਰੀ ਹੋ ਜਾਂਦਾ, ਜੇ ਕੋਈ ਤਲਖੀ ਆ ਜਾਵੇ, ਹਾਂਜੀ, ਮਾਤਰਤ ਜਿਉ ਤੇ ਪਰ ਕਰੈ। ਪਰ ਮੇਰੇ ਵੱਲੋਂ ਬੇਨਤੀ ਕਰਨੀ ਗੁਰੂ ਅੰਗਦ ਦੇਵ ਜੀ ਨੂੰ, ਭਈ ਜਿਵੇਂ ਧਰਤੀ ਧੀਰਜਵਾਨ ਹੈ ਨਾ, ਇਸ ਤਰ੍ਹਾਂ ਤੁਸੀਂ ਧੀਰਜ ਰੱਖਣੀ ਤੇ ਉਹਨਾਂ ਨੂੰ ਮਾਫ ਕਰ ਦੇ। ਜੇ ਕੋਈ ਬੋਲ ਕਹਿ ਵੀ ਦੇਣ ਤਾਂ ਉਹਨਾਂ ਨਾਲ ਤੁਸੀਂ ਨਾਰਾਜ਼ ਨਾ ਹੋਣਾ। ਹਾਂਜੀ, ਬਾਲੇ ਬਹੁਰੋ ਬਚਨ ਉਚਾਰਾ। ਇਹ ਬੋਲ ਗੁਰੂ ਨਾਨਕ ਦੇਵ ਜੀ ਦੇ ਬਜ਼ੁਰਗ ਬਾਬਾ ਲਾਲੂ ਜੀ ਦੇ ਕੇਵਲ ਭਾਈ ਬਾਲਾ ਜੀ ਨੂੰ ਆਖੇ ਹੋਏ, ਗੁਰੂ ਪਾਤਸ਼ਾਹ ਨੂੰ ਭੇਜੇ ਹੋਏ ਸੰਦੇਸ਼ ਦੇ ਰੂਪ 'ਚ ਹੀ ਨਹੀਂ, ਸਾਨੂੰ ਸਾਰਿਆਂ ਸਿੱਖਾਂ ਨੂੰ ਵੀ ਬਾਬਾ ਲਾਲੂ ਜੀ ਨੇ ਸੰਦੇਸ਼ ਦਿੱਤਾ ਹੈ ਵੀ ਕਦੀ ਬਾਬਾ ਸ੍ਰੀ ਚੰਦ ਦੀ ਨਿੰਦਾ ਨਾ ਕਰਨੀ। ਸਾਡੇ ਵਿੱਚ ਲੱਗ ਪੈਂਦੇ ਨੇ ਕਰਨ, ਬਹੁਤ ਕੁਝ ਕਹਿ ਦਿੰਦੇ ਨੇ। ਸਤਿਗੁਰੂ ਜੀ ਦਾ ਤੇ ਕੁੱਕਰ ਵੀ ਹੋਵੇ ਨਾ ਤੇ ਉਹ ਵੀ ਪੂਜਣ ਯੋਗ ਹੁੰਦਾ। ਸੰਤ ਜਨਾਂ ਦਾ ਸੋਹਰਾ ਸੇਵਕ ਹੋਵੇ, ਉਹ ਵੀ ਪੂਜਣ ਯੋਗ। ਉਹਨਾਂ ਦੀ ਵੀ ਪੂਜਾ ਮਹਾਰਾਜ ਜੀ ਦੇ ਬਾਹਰ ਜੋੜੇ ਖਾਨੇ 'ਚ ਜੋੜੇ ਉਤਾਰ ਕੇ ਸੰਗਤ ਆਉਂਦੀ ਹੈ ਨਾ, ਤੇ ਉਹਨਾਂ ਜੋੜਿਆਂ ਨੂੰ ਵੀ ਪੈਰ ਨਾਲ, ਜੇ ਕੋਈ ਜੋੜਾ ਅੱਗੇ ਪਿੱਛੇ ਹੋਵੇ ਤੇ ਖਿਲਾਰ ਕੇ ਇਕੱਠਾ ਨਹੀਂ ਕਰਦੇ, ਪੈਰ ਨਹੀਂ ਲਾਉਂਦੇ, ਬਲਕਿ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਤੇ ਹੱਥ ਨਾਲ ਜੋੜਿਆਂ ਨੂੰ ਸਵਾਰ ਕੇ ਰੱਖਦੇ ਨੇ, ਕਿਉਂਕਿ ਇਹ ਜੋੜੇ ਕੇਵਲ ਸੰਗਤ ਦੇ ਨਹੀਂ, ਇਹ ਜੋੜੇ ਗੁਰੂ ਨਾਨਕ ਦੇਵ ਜੀ ਦੇ ਨੇ। ਜੋੜਿਆਂ ਦੀ ਵੀ ਪੂਜਾ, ਸਨਮਾਨ ਹੈ। ਲੰਗਰ ਦਾ ਪ੍ਰਸਾਦ, ਕੜਾ ਪ੍ਰਸਾਦ ਕਿਧਰੇ ਕਿਣਕਾ ਜ਼ਮੀਨ ਤੇ ਗਿਰ ਜਾਏ, ਪਿਆ ਨਹੀਂ ਰਹਿਣ ਦਿੰਦੇ। ਤੇ ਸਾਧ ਸੰਗਤ ਜੇ ਜੋੜੇ ਵੀ ਸਤਿਕਾਰਯੋਗ ਨੇ, ਤਾਂ ਜਿਹੜੇ ਗੁਰੂ ਨਾਨਕ ਦੇ ਘਰ ਸਾਹਿਬਜ਼ਾਦਿਆਂ ਦੇ ਰੂਪ 'ਚ ਪ੍ਰਗਟ ਹੋਏ ਨੇ, ਉਹਨਾਂ ਦਾ ਸਤਿਕਾਰ ਕੋਈ ਘੱਟ ਹੈ? ਉਹਨਾਂ ਦਾ ਵੀ ਬਹੁਤ ਸਤਿਕਾਰ ਹੈ। ਆਖਣ ਲੱਗੇ ਉਹਨਾਂ ਨਾਲ ਕਦੀ ਨਾਰਾਜ਼ ਨਾ ਹੋਣਾ। ਹਾਂਜੀ, ਬਾਲੇ ਬਹੁਰੋ ਬਚਨ ਉਚਾਰਾ। ਫਿਰ ਭਾਈ ਬਾਲਾ ਜੀ ਨੇ ਬਾਬਾ ਲਾਲੂ ਜੀ ਪ੍ਰਤੀ ਇਹ ਬੋਲ ਆਖੇ। ਸ੍ਰੀ ਅੰਗਦ ਨਾਨਕ ਅਵਤਾਰਾ। ਆਖਣ ਲੱਗੇ ਬਾਬਾ ਲਾਲੂ ਜੀ ਤੁਸੀਂ ਚਿੰਤਾ ਹੀ ਨਾ ਕਰੋ, ਗੁਰੂ ਅੰਗਦ ਦੇਵ ਗੁਰੂ ਨਾਨਕ ਦਾ ਹੀ ਦੂਜਾ ਜਾਮਾ ਹੈ, ਉਹੀ ਅਵਤਾਰ, ਉਹੀ ਫਰਕ ਕੋਈ ਨਹੀਂ ਹੈ। ਪੰਜ ਦੋਖ ਨੈ ਤਿੰਨ ਮੈਂ ਪਾਵੈ। 5 ਦੋਖ ਜਿਹੜੇ ਨੇ ਨਾ, ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ,
ਇਹ ਤਾਂ ਉਹਨਾਂ ਨਾਲ ਸਪਰਸ਼ ਵੀ ਨਹੀਂ ਕਰਦੇ, ਭਾਵ ਕਦੀ ਕ੍ਰੋਧੀ ਨਹੀਂ ਹੁੰਦੇ, ਹੰਕਾਰ ਦਾ ਲੇਸ ਮਾਤਰ ਵੀ ਨਹੀਂ। ਇਹ ਪੰਜ ਦੋਖ ਜਿਹੜੇ ਨੇ ਉਹਨਾਂ ਨੂੰ ਸੁਣਦੇ ਤੱਕ ਨਹੀਂ ਹਨ। ਨਿਕਟ ਤਰਨ ਜਿਉ ਤਿਮਰ ਨ ਆਵੇ। ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਮਹਾ ਸੂਰਜਾਂ ਦੇ ਮਹਾ ਸੂਰਜ ਹੋਵਣ, ਤੇ ਜਿਵੇਂ ਸੂਰਜ ਦੇ ਕੋਲ ਹਨੇਰਾ ਨਹੀਂ ਨਾ ਆ ਸਕਦਾ, ਹਨੇਰਾ ਤਾਂ ਦੀਵੇ ਕੋਲ ਵੀ ਨਹੀਂ ਆ ਸਕਦਾ, ਦੀਵਾ ਬਲੇ ਅੰਧੇਰਾ ਜਾਏ, ਤੇ ਸੂਰਜ ਕੋਲ ਹਨੇਰਾ ਕਿੱਥੋਂ ਆਵੇਗਾ? ਸੂਰਜ ਜਿੱਥੇ ਆਪਣੀਆਂ ਕਿਰਨਾਂ ਦਾ ਪ੍ਰਕਾਸ਼ ਕਰਦਾ ਉੱਥੇ ਦਿਨ ਹੋ ਜਾਂਦਾ। ਜਿਵੇਂ ਸੂਰਜ ਦੇ ਕੋਲ ਹਨੇਰਾ ਨਹੀਂ ਆ ਸਕਦਾ, ਸਮਦਮ ਸੋ ਤਨ ਤਰਨ ਸਮਦਮ ਸੋ ਤਨ ਗਿਆਨ ਸੁਹਾਵੈ। ਇਸ ਤਰ੍ਹਾਂ ਹਰ ਤਰ੍ਹਾਂ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਤਨ ਜਾਮਾ ਬ੍ਰਹਮ ਗਿਆਨ ਨਾਲ ਭਰਿਆ ਹੋਇਆ ਹੈ, ਉਹਦੇ ਕੋਈ ਵਿਕਾਰ ਨਹੀਂ ਪਹੁੰਚ ਸਕਦਾ। ਆਤਪ ਭਗਤ ਜਗਤ ਵਿਦਤਾਵੈ। ਭਗਤੀ ਦੀ ਰੋਸ਼ਨੀ ਜਿਹੜੀ ਹੈ ਨਾ, ਉਹ ਸਾਰੇ ਜਗਤ ਵਿੱਚ ਬ੍ਰਹਮ ਗਿਆਨ ਦੇ ਮਹਾ ਸੂਰਜ ਗੁਰੂ ਅੰਗਦ ਦੇਵ ਜੀ ਪ੍ਰਗਟ ਕਰ ਰਹੇ ਹਨ। ਤੇਰੀ ਲੈ ਚਲੇ ਤਤਕਾਲ। ਬਾਬਾ ਲਾਲੂ ਜੀ ਕੋਲੋਂ ਪ੍ਰਾਪਤ ਹੋਏ 5 ਪੈਸੇ ਪੱਲੇ 'ਚ ਬੰਨ੍ਹ ਲਏ ਤੇ ਨਾਰੀਅਲ ਵੀ ਸਾਫੇ ਵਿੱਚ ਲਪੇਟ ਲਿਆ। ਆਖਿਆ ਹੁਣ ਤੁਸੀਂ ਸਾਨੂੰ ਆਸ਼ੀਰਵਾਦ ਦੇਵੋ, ਜਿਨ੍ਹਾਂ ਨੇ ਪੱਤਰਿਕਾ ਮੰਗਾਈ ਹੈ ਅਸੀਂ ਉਹਨਾਂ ਤੱਕ ਪਹੁੰਚਦੀ ਕਰ ਦੇਵੀਏ। ਤੇ ਇਸ ਤਰ੍ਹਾਂ ਚੱਲੇ ਹਨ ਆਗਿਆ ਲੈ ਕੇ। ਜੈ ਖੰਡੂਰ ਮੈਂ ਗੁਰੂ ਕਿਰਪਾਲਾ। ਕਿਰਪਾ ਦਾ ਘਰ, ਕਿਰਪਾ ਦਾ ਸਾਗਰ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਨੇ ਬੈਠ ਖੰਡੂਰੇ ਜੋਤ ਜਗਾਈ। ਮਾਤਾ ਵਿਰਾਈ ਜੀ ਦੇ ਘਰ ਬਿਰਾਜੇ ਹੋਏ ਔਰ ਜਦ ਪਹਿਲੇ ਜਾਮੇ 'ਚ ਆਏ ਸਨ ਤੇ ਮਾਤਾ ਵਿਰਾਈ ਨੇ ਗੁਰੂ ਨਾਨਕ ਨੂੰ ਬੇਨਤੀ ਕੀਤੀ ਸੀ, ਆਖਿਆ ਸੱਚੇ ਪਾਤਸ਼ਾਹ ਮੈਂ ਤੁਹਾਡੇ ਲਈ ਨਵਾਂ ਪਲੰਗ ਬਣਵਾਇਆ, ਕਮ ਸੇ ਕਮ 6 ਮਹੀਨੇ ਮੇਰੇ ਘਰ ਰਹੋ, ਮੈਂ ਜਾਣ ਨਹੀਂ ਦੇਣਾ। ਤੇ ਗੁਰੂ ਨਾਨਕ ਆਖਣ ਲੱਗੇ ਅਗਲੇ ਜਾਮੇ 'ਚ ਆਵਾਂਗੇ, ਭਾਵਨਾ ਪੂਰੀ ਕਰਾਂਗੇ। ਤੇ ਉਹ 6 ਮਹੀਨੇ ਮਹਾਰਾਜ ਨੇ ਉੱਥੇ ਨਿਵਾਸ ਕੀਤਾ। ਪਿੱਛੋਂ ਬਾਬਾ ਬੁੱਢਾ ਜੀ ਆਦਿਕ ਸਿੱਖ ਗਏ ਤੇ ਮਾਤਾ ਵਿਰਾਈ ਨੂੰ ਪੁੱਛਿਆ ਬਈ ਗੁਰੂ ਸਾਹਿਬ ਤੁਹਾਡੇ ਘਰ ਹੈਗੇ ਨੇ, ਬਾਕੀ ਸਭ ਥਾਵਾਂ ਤੇ ਲੱਭ ਆਏ। ਤੇ ਉਹ ਕਹਿਣ ਲੱਗੇ ਬਾਬਾ ਜੀ ਇਹ ਕੀ ਕਹਿੰਦੇ ਪਏ ਹੋ, ਬਲਕਿ ਇਹ ਦੱਸੋ ਵੀ ਗੁਰੂ ਅੰਗਦ ਦੇਵ ਕਿੱਥੇ ਨਹੀਂ ਹੈਗੇ, ਉਹ ਤੇ ਸਭ ਜਗ੍ਹਾ ਮੌਜੂਦ ਨੇ। ਤੇ ਬਾਬਾ ਬੁੱਢਾ ਹੱਸ ਕੇ ਕਹਿਣ ਲੱਗੇ ਠੀਕ ਕਹਿੰਦੇ ਹੋ, ਹੈ ਤਾਂ ਸਭ ਜਗ੍ਹਾ ਮੌਜੂਦ ਨੇ, ਪਰ ਤੁਹਾਡੇ ਮਸਤਕ ਦੀਆਂ ਡਲਕਾਂ ਦੱਸਦੀਆਂ ਨੇ ਤੁਹਾਡੇ ਘਰ ਮੌਜੂਦ ਨੇ। ਜਿਹਦੇ ਘਰ ਗੁਰੂ ਹੁੰਦਾ ਉਹਦਾ ਮਸਤਕ ਤੁਹਾਡੇ ਵਰਗਾ ਹੁੰਦਾ, ਉਹਦੇ ਨੇਤਰਾਂ ਦੀ ਖੁਮਾਰੀ ਤੁਹਾਡੇ ਵਰਗੀ ਹੁੰਦੀ, ਉਹਦੇ ਬੋਲਾਂ ਵਿੱਚ ਪ੍ਰੇਮ ਤੁਹਾਡੇ ਵਰਗਾ ਹੁੰਦਾ। ਇਸ ਲਈ ਅਸੀਂ ਇੱਥੇ ਬੈਠਦੇ ਹਾਂ। ਥੋੜੀ ਦੇਰ ਉਹਨਾਂ ਮੰਜੇ ਡਾਉਣੇ ਸ਼ੁਰੂ ਕੀਤੇ ਤੇ ਬਾਬਾ ਬੁੱਢਾ ਆਖਣ ਲੱਗੇ ਨਹੀਂ, ਜਿੱਥੇ ਸਤਿਗੁਰੂ ਖਾਸ ਤੌਰ ਤੇ ਮੌਜੂਦ ਹੁੰਦੇ ਨੇ ਸਿੱਖ ਉੱਥੇ ਮੰਜਿਆਂ ਤੇ ਨਹੀਂ ਬੈਠਦੇ, ਸਫਾ ਵਿਛਾ ਕੇ ਬੈਠਦੇ। ਮੰਜੇ ਹਟਵਾ ਦਿੱਤੇ ਤੇ ਫੂੜੀਆਂ ਤੇ ਖੇਸਾਂ ਚਾਦਰਾਂ ਆਦਿਕ ਤੇ ਬਹਿ ਗਏ ਤੇ ਬਾਣੀ ਦਾ ਕੀਰਤਨ ਪ੍ਰਾਰੰਭ ਕੀਤਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਗੁਰੂ ਅੰਗਦ ਦੇਵ ਮਹਾਰਾਜ ਦਰਵਾਜ਼ਾ ਤੋੜ ਕੇ ਵਿੱਚ ਆ ਬੈਠੇ ਤੇ ਉੱਚੀ ਸਾਰੀ ਅਗਲਾ ਸ਼ਲੋਕ ਗਾਇਆ, ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਆਧਾਰ। ਖੈਰ ਮੁਕਤਸਰ ਮੈਂ ਰੋਹ ਵਿਚਾਰ ਅਰਜ਼ ਕਰਦਾ ਹਾਂ। ਇਸ ਤਰ੍ਹਾਂ ਉਸ ਪਾਵਨ ਘਰ ਵਿੱਚ ਗੁਰੂ ਅੰਗਦ ਦੇਵ ਬਿਰਾਜਮਾਨ ਰਹੇ। ਖੰਡੂਰ ਸਾਹਿਬ ਵਿੱਚ ਹੁਣ ਟਿਕਾਣਾ ਹੈ, ਉੱਥੇ ਦੋਵੇਂ ਸਿੱਖ ਪੱਤਰਿਕਾ ਲੈ ਕੇ ਆ ਪਹੁੰਚੇ ਹਨ। ਜਹ ਖੰਡੂਰ ਮੈਂ ਗੁਰੂ ਕਿਰਪਾਲਾ। ਕਿਰਪਾ ਦੇ ਸਾਗਰ ਖੰਡੂਰ ਸਾਹਿਬ ਜਿੱਥੇ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ। ਦੋਹਰਾ
ਵੈਸੇ ਅੰਗਦ ਰਾਜਹੀ ਬੰਦੇ ਪਦ ਅਰਬਿੰਦ। ਸਾਹਿਬ ਗੁਰੂ ਅੰਗਦ ਦੇ ਮਹਾਰਾਜ ਬਿਰਾਜਮਾਨ ਸਨ, ਬਿਰਾਜੇ ਹੋਏ ਸਨ, ਬੈਠੇ ਹੋਏ ਸਨ, ਤੇ ਇਹਨਾਂ ਦੋਹਾਂ ਨੇ ਚਰਨ ਕਮਲਾਂ ਤੇ ਆਪ ਮੱਥਾ ਟੇਕਿਆ। ਸਾਧ ਸੰਗਤ ਗੁਰੂ ਦਾ ਸਿੱਖ ਕਰਦਾ ਹੀ ਹੈ, ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੰਦਾ ਹੈ ਤੇ ਗੁਰੂ ਉਸ ਸ਼ਰਨ ਪਏ ਨੂੰ ਗਲ ਨਾਲ ਲਾ ਲੈਂਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਮੁੱਢ ਕਦੀਮਾਂ ਦਾ ਇਹ ਸਤਿਗੁਰੂ ਜੀ ਦਾ ਸੁਭਾਅ ਹੈ, ਸ਼ਰਨ ਆਇਆਂ ਨੂੰ ਗਲ ਨਾਲ ਲਾ ਲੈਂਦਾ। ਮਹਾਰਾਜ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ। ਹਾਂਜੀ। ਚੌਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ। ਇਸ ਤਰ੍ਹਾਂ ਦੇ ਨਾਲ ਬੈਠੇ ਅੰਗਦ ਰਾਜ ਹੀ ਬੰਦੇ ਪਦ ਅਰਬਿੰਦ, ਹਿਰਦੇ ਪ੍ਰਸੀਦੇ ਸਤਿਗੁਰੂ ਕਹਿ ਰਹਿ ਚਿਤ ਗੋਬਿੰਦ। ਬੜੇ ਪ੍ਰਸੰਨ ਹੋਏ ਗੁਰੂ ਅੰਗਦ ਦੇ ਮਹਾਰਾਜ ਤੇ ਆਖਣ ਲੱਗੇ, ਭਾਈ ਬਾਲਾ ਜੀ, ਭਾਈ ਲਾਲਾ ਜੀ, ਤੁਹਾਨੂੰ ਨਾਮ ਨਾ ਵਿਸਰੇ, ਪ੍ਰਮਾਤਮਾ ਸਦਾ ਚੇਤੇ ਰਵੇ। ਸਾਧ ਸੰਗਤ ਪ੍ਰਮਾਤਮਾ ਭੁੱਲ ਜਾਏ ਤਾਂ ਸਮਝੋ ਦੁੱਖਾਂ ਦਾ ਡੇਰਾ ਘਰ ਆ ਗਿਆ, ਤੇ ਜੇ ਪ੍ਰਮਾਤਮਾ ਯਾਦ ਆ ਜਾਏ ਤੇ ਦੁੱਖ ਨਿਕਲ ਗਏ। ਸਿਮਰਦਿਆਂ ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੈ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਇਹ ਅਸੀਸ ਪ੍ਰਾਪਤ ਹੋਈ। ਮਹਾਰਾਜ ਜੀ ਦੀ ਬਾਣੀ ਦੇ ਵੀ ਤੇ ਆਪ ਬੋਲ ਪੜ੍ਹਦੇ ਹੋ ਰੋਜ਼, ਪੁੱਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਬੜੇ ਮਿਠਾਸਮਈ ਲਹਿਜੇ ਵਿੱਚ ਸਤਿਗੁਰੂ ਜੀ ਨੇ ਫਰਮਾਇਆ, ਤੁਹਾਨੂੰ ਨਾਮ ਨਾ ਭੁੱਲੇ, ਕਰਤਾਰ ਚੇਤੇ ਰਹੇ। ਹਾਂਜੀ। ਚੌਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ। ਭਾਈ ਬਾਲਾ ਜੀ ਤੇ ਗੁਰੂ ਅੰਗਦ ਦੇਵ ਜੀ ਬਹੁਤ ਪ੍ਰਸੰਨ ਹੋਏ ਹਨ। ਪਤਰੀ ਆਪਣੇ ਕਰ ਲੀਨੀ। ਤੇ ਫਿਰ ਜਨਮ ਪੱਤਰਕਾ ਆਪਣੇ ਹੱਥ ਵਿੱਚ ਲਈ। ਮਹਾਰਾਜ ਨੇ ਆਖਿਆ, ਲਿਆਓ ਜੋ ਲਿਆਏ ਹੋ। ਸਾਦਰ ਸੋ ਨਿਜ ਸੀਸ ਚੜਾਈ। ਤੇ ਬੜੇ ਪ੍ਰੇਮ ਨਾਲ ਸਤਿਕਾਰ ਨਾਲ ਝੁਕ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਵਸਤੂ ਨੂੰ ਨਮਸਕਾਰ ਕੀਤੀ। ਇਹਦਾ ਮਤਲਬ ਹੈ ਬਈ ਜਿਹੜਾ ਇਤਿਹਾਸਕ ਗ੍ਰੰਥ ਨੇ ਨਾ, ਇਹ ਵੀ ਸਤਿਕਾਰਯੋਗ ਨੇ, ਕਿਤੇ ਇਹ ਨਾ ਸਮਝਣਾ ਬਈ ਐਵੇਂ ਹੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤਾਂ ਸਿੱਖ ਰੋਮ ਰੋਮ ਕਰਕੇ ਸਤਿਕਾਰ ਕਰਦਾ ਹੀ ਹੈ। ਜਿਹੜੇ ਇਤਿਹਾਸਕ ਗ੍ਰੰਥ ਨੇ ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਆਉਣ ਦੀ ਤਾਰੀਖ ਲਿਖੀ ਹੈ, ਉਹਨਾਂ ਦੀ ਜੀਵਨ ਗਾਥਾਵਾਂ ਲਿਖੀਆਂ ਨੇ, ਉਹ ਗ੍ਰੰਥ ਵੀ ਪਰਮ ਸਤਿਕਾਰਯੋਗ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤਾਂ ਕੋਈ ਨਹੀਂ, ਪਰ ਸਤਿਕਾਰ ਹੈ। ਮੈਂ ਅਰਜ਼ ਕਰਾਂ, ਇਸ ਲਈ ਕਦੀ ਜਿਹੜੇ ਗੁਰਮੁਖ ਵਿਦਵਾਨ ਨੇ, ਮਜ਼ਾਲ ਹੈ ਕਿਤੇ ਬਿਨਾਂ ਹੱਥ ਧੋਤਿਆਂ ਕਿਸੇ ਇਤਿਹਾਸਕ ਗ੍ਰੰਥ ਨੂੰ ਲਾਉਂਦੇ ਹੋਵਣ, ਜਾਂ ਬਿਨਾਂ ਸਤਿਕਾਰ ਨਾਲ ਉਹਨੂੰ ਵਾਚਦੇ ਹੋਵਣ। ਉਹਨਾਂ ਦੇ ਵਾਚਣ ਵਿੱਚ, ਸੰਭਾਲਣ ਵਿੱਚ ਪੂਰਾ ਸਤਿਕਾਰ ਆਉਂਦਾ। ਤੇ ਜਿਹੜੇ ਵਿਦਵਾਨ ਵਕਤੇ ਸਤਿਗੁਰੂ ਜੀ ਦੇ ਇਤਿਹਾਸਕ ਗ੍ਰੰਥਾਂ ਦਾ ਵੀ ਰੱਜ ਕੇ ਸਤਿਕਾਰ ਕਰਦੇ ਨੇ, ਉਹਨਾਂ ਦੀ ਰਸਨਾ ਤੇ ਗੁਰੂ ਦੇ ਬੋਲਾਂ ਵਿੱਚ ਰਸ ਬਣ ਜਾਂਦਾ, ਫਿਰ ਸੰਗਤਾਂ ਰਸ ਮਾਣਦੀਆਂ। ਤੇ ਜਿਹੜੇ ਰੁੱਖੇ ਨੇ ਉਹ ਤਾਂ ਮੈਂ ਅਰਜ਼ ਕਰਾਂ ਬਾਣੀ ਤੇ ਵੀ ਕਿੰਤੂ ਕਰਦੇ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਤੇ ਕਿੰਤੂ ਕਰਦੇ। ਇਹਦਾ ਮਤਲਬ ਹੈ ਇਹਨਾਂ ਦੇ ਅੰਦਰ ਸਤਿਕਾਰ ਨਹੀਂ। ਜਿਤਨੀ ਦੇਰ ਅਦਬ ਨਾ ਹੋਵੇ ਉਤਨੀ ਦੇਰ ਆਨੰਦ ਪ੍ਰਗਟ ਹੀ ਨਹੀਂ ਹੋ ਸਕਦਾ। ਅਦਬ ਦੇ ਭਾਂਡੇ ਵਿੱਚ ਆਨੰਦਮਈ ਪਦਾਰਥ ਪੈਂਦਾ ਨਹੀਂ ਤੇ ਹੋ ਨਹੀਂ ਸਕਦਾ। ਇਸ ਲਈ ਮਹਾਰਾਜ ਜੀ ਨੇ ਬਹੁਤ ਅਦਬ ਕੀਤਾ। ਭਾਉ ਬਹੁਤ ਕਰੂਰ ਮੈਂ ਲਾਈ, ਤੇ ਬੜੇ ਪ੍ਰੇਮ ਨਾਲ ਉਹਨਾਂ ਨੇ ਗਲ ਨਾਲ ਵੀ ਲਾਈ। ਦਰਸ਼ਨ ਤੁਮ ਕਰਵਾਇਓ ਗੁਰ ਕਾ। ਆਖਣ ਲੱਗੇ ਤੁਸੀਂ ਸਤਿਗੁਰੂ ਪਾਤਸ਼ਾਹ ਜੀ ਦੀ ਪੱਤਰਕਾ ਦੇ ਰੂਪ ਚ ਉਹਨਾਂ ਦਾ ਹੀ ਦਰਸ਼ਨ ਕਰਵਾ ਦਿੱਤਾ ਹੈ। ਜਿਸਤੇ ਪਰਮ ਭਾਗਿਓ ਹੈ ਉਰੇ ਕਾ। ਵਾਕਈ ਜਦ ਆਪਾਂ ਇਤਿਹਾਸ ਪੜ੍ਹਦੇ ਆਂ, ਵਿਚਾਰਦੇ ਆਂ, ਸਰਵਣ ਕਰਦੇ ਆਂ, ਤਾਂ ਗੁਰੂ ਗਾਥਾ ਚ ਗੁਰੂ ਦਾ ਦੀਦਾਰ ਹੀ ਹੁੰਦਾ ਹੈ। ਇਹ ਵੀਡੀਓ ਤਾਂ ਹੁਣ ਬਣੀ ਹੈ, ਲੋਕੀ ਦੇਖਦੇ ਨੇ ਬਈ ਮੂਵੀ ਚੱਲ ਰਹੀ ਹੈ,
ਇਹ ਭਾਈ ਸਾਹਿਬ ਜੀ ਨੇ ਲਿਖੀ ਵੀਡੀਓ ਰੂਪ ਵਿੱਚ ਹੈ ਕਿ ਬਿਲਕੁਲ ਸਾਹਮਣੇ ਸਾਰਾ ਦ੍ਰਿਸ਼ ਆ ਜਾਂਦਾ ਹੈ ਤੇ ਇਸ ਲਈ ਸਤਿਕਾਰਯੋਗ ਇਹ ਗ੍ਰੰਥ ਹਨ। सहस कीर्त अक्षर जब चीने ਫਿਰ ਮਹਾਰਾਜ ਜੀ ਨੇ ਦੇਖਿਆ ਵੀ ਸੰਸਕ੍ਰਿਤ ਅੱਖਰ ਲਿਖੇ ਹੋਏ ਹਨ। अंगद जी बचन ਫਿਰ सुकीने ਗੁਰੂ ਅੰਗਦ ਦੇਵ ਜੀਆਂ ਨੇ ਇਸ ਤਰ੍ਹਾਂ ਫਰਮਾਇਆ, इन अक्षरन को जो जान ਅੱਖਰ ਲੱਗੇ ਜਿਹੜਾ ਇਹਨਾਂ ਅੱਖਰਾਂ ਦਾ ਜਾਣਕਾਰ ਹੈ, ਗਿਆਤਾ ਹੋਵੇ, सोया को पढ़े अर्थ ਉਹ बखान ਸਾਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੇ ਸਮਝਾਵੇ ਬਈ ਕੀ ਲਿਖਿਆ ਹੋਇਆ ਹੈ गुरमुखी चाहिए करवाई ਤੇ ਨਾਲੇ ਇਹਨਾਂ ਅੱਖਰਾਂ ਦੀ ਇਤਿਹਾਸਕ ਨੇ ਇਹਨਾਂ ਦੀ ਗੁਰਮੁਖੀ ਵਿੱਚ ਉਲੱਥਾ ਹੋ ਜਾਵੇ ऐ सुने सिख गुरमत पाई ਤੇ ਹੋਰ ਕੋਈ ਪ੍ਰਯੋਜਨ ਨਹੀਂ ਹੈ। ਬਸ ਇਹੀ ਹੈ ਵੀ ਸਿੱਖ ਇਹਨੂੰ ਪੜ੍ਹਨਗੇ, ਸੁਣਨਗੇ ਤੇ ਉਹਨਾਂ ਦਾ ਹਿਰਦਾ ਗੁਰਮਤ ਨਾਲ ਜੁੜ ਜਾਵੇਗਾ, ਗੁਰਮਤ ਪ੍ਰਾਪਤ ਹੋਵੇਗੀ। सोरठा सतगुर कृपा निधान श्री नानक जग बिदत जब ਜਦੋਂ ਕਿਰਪਾ ਦੇ ਮਹਾਨ ਖਜ਼ਾਨੇ ਸਾਗਰ ਗੁਰੂ ਨਾਨਕ ਦੇਵ ਸਰੀਰ ਕਰਕੇ ਮੌਜੂਦ ਸਨ। संगत कीन महान जानी विद्या बरन तब ਇਸ ਤਰ੍ਹਾਂ ਪਤਾ ਚੱਲਿਆ ਵੀ ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਨੂੰ ਵਿਦਿਆ ਦੇ ਅੱਖਰ ਪੜ੍ਹਨੇ ਆਏ ਹਨ। दोहरा महिमा खहरा जट एक कैसरी अंगद ਗੁਰੂ पास ਅੰਗਦ ਦੇਵ ਜੀਆਂ ਦੇ ਚਰਨਾਂ ਵਿੱਚ ਇੱਕ ਖਹਿਰਾ ਜੱਟ ਬੈਠਾ ਸੀ, ਉਸਨੇ ਬੇਨਤੀ ਕੀਤੀ, पैड़ा मोखा खत्तरी सुल्तानपुर बास ਆਖਿਆ ਮਹਾਰਾਜ ਸੱਚੇ ਪਾਤਸ਼ਾਹ ਇੱਕ ਖੱਤਰੀ ਭਾਈ ਪੈੜਾ ਮੁਖਾ ਸੁਲਤਾਨਪੁਰ ਨਿਵਾਸ ਰੱਖਦਾ ਹੈ। चौपई अक्षर जानत है वह दो ਉਹ ਗੁਰਮੁਖੀ ਤੇ ਸੰਸਕ੍ਰਿਤ ਦੋਵੇਂ ਭਾਸ਼ਾਵਾਂ ਦਾ ਗਿਆਨ ਰੱਖਦਾ ਹੈ। पढ़ लिख है बुलवाइए सो ਉਹ ਪੜ੍ਹ ਸਕਦਾ ਹੈ, ਲਿਖ ਸਕਦਾ ਹੈ। ਮਹਾਰਾਜ ਉਸ ਨੂੰ ਸੱਦਾ ਭੇਜੋ, ਆ ਜਾਵੇ। श्री अंगद कह तुम ही जावो ਉਹ ਅੰਗਦ ਦੇਵ ਜੀ ਕਹਿਣ ਲੱਗੇ ਫਿਰ ਇਸ ਤਰ੍ਹਾਂ ਹੈ ਭਾਈ ਖਹਿਰਾ ਤੂੰ ਹੀ ਜਾ ਤੇ ਜਾ ਕੇ ਸੁਲਤਾਨਪੁਰ ਤੋਂ ਲੈ ਕੇ ਆ। हर सत्कार तुरत ले ਤੇ आवो ਸਤਿਕਾਰ ਸਹਿਤ ਉਸ ਨੂੰ ਲੈ ਕੇ ਆਉ। ਇਸ ਤਰ੍ਹਾਂ ਮਹਾਰਾਜ ਜੀ ਨੇ ਬੋਲ ਆਖੇ ਹਨ। ਬਹੁਤ ਖੁਸ਼ੀ ਦੀ ਗੱਲ ਹੈ, ਕੱਲ ਨੂੰ 8 ਤੋਂ 9 ਵਜੇ ਤੱਕ ਬਹੁਤ ਹੀ ਸਤਿਕਾਰਯੋਗ ਨਿਰਮਲ ਹਿਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੋਇਆ ਤੇ ਜੋੜਨ ਵਾਲਾ ਹਿਰਦਾ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਉਹ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਨਗੇ। ਉਹਨਾਂ ਦੀ ਇੱਛਾ ਹੈ ਭਾਵੇਂ ਹੁਕਮਨਾਮੇ ਦੀ ਵਿਚਾਰ ਕਰ ਲੈਣ, ਭਾਵੇਂ ਲੜੀਵਾਰ ਕਰ ਲੈਣ। 8 ਤੋਂ 9 ਵਜੇ ਤੱਕ ਸਾਰਾ ਲਾਈਵ ਕਾਸਟ ਚੱਲਦਾ ਹੈ। ਆਪਨੇ ਉਹਨਾਂ ਨੂੰ ਵੀ ਜ਼ਰੂਰ ਸੁਣਨਾ। ਬਹੁਤ ਨਿਮਰਤਾ ਵਾਲੀ ਆਤਮਾ, ਬਹੁਤ ਪਿਆਰ ਭਿੱਜੇ ਮਿੱਠੇ ਬੋਲਾਂ ਰਾਹੀਂ ਸਤਿਗੁਰੂ ਜੀ ਦੀ ਵਡਿਆਈ ਕਰਦੇ ਨੇ। ਨਿਤਨੇਮੀ ਜੀਵਨ ਵਾਲੇ ਗੁਰਸਿੱਖ ਨੇ। ਉਹਨਾਂ ਨੇ ਕੱਲ ਅੰਮ੍ਰਿਤ ਵੇਲੇ 8 ਤੋਂ 9 ਕਥਾ ਦੁਆਰਾ ਹਾਜ਼ਰੀ ਭਰਨੀ ਹੈ। ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਵੀ ਫੋਨ ਪਹੁੰਚਿਆ ਸੀ ਬਈ ਮਹਾਂਪੁਰਖ ਆਏ ਹੋਏ ਨੇ। ਕਿਤਨੀ ਪਵਿੱਤਰ ਆਤਮਾ ਜਿਨ੍ਹਾਂ ਦੇ ਵਿਦਿਆਰਥੀ ਦਰਬਾਰ ਸਾਹਿਬ ਦੇ ਗ੍ਰੰਥੀ ਲੱਗੇ ਹੋਏ। ਐਸੇ ਹਿਰਦੇ ਵਿਰਲੇ ਵਿਰਲੇ ਹੁੰਦੇ ਹਨ। ਉਹਨਾਂ ਨੇ ਕੱਲ 8 ਤੋਂ 9 ਵਜੇ ਤੱਕ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਨੇ। ਉਹ ਤੁਹਾਨੂੰ ਗੁਰਬਾਣੀ ਵਿਚਾਰ ਰਾਹੀਂ ਨਿਹਾਲ ਕਰਨਗੇ। ਕੱਲ ਤੋਂ ਪ੍ਰਭਾਤ ਫੇਰੀਆਂ ਪ੍ਰਾਰੰਭ ਹੋ ਰਹੀਆਂ ਨੇ। 4:30 ਵਜੇ ਪ੍ਰਭਾਤ ਫੇਰੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਵਿੱਚ, ਉਹਨਾਂ ਦੀ ਮਹਿਮਾ ਵਿੱਚ ਪ੍ਰਾਰੰਭ ਹੋ ਕੇ ਗੋਬਿੰਦ ਘਾਟ, ਕੰਗਣ ਘਾਟ ਜਾਣਗੀਆਂ ਤੇ ਫਿਰ ਵਾਪਸੀ ਝਾਊਗੰਡ ਗਲੀ ਤੋਂ ਹੁੰਦਿਆਂ ਆਇਆ ਮੇਨ ਰੋਡ, ਨਵੀਂ ਸੜਕ, ਗੁਰੂ ਗੋਬਿੰਦ ਸਿੰਘ ਮਾਰਗ, ਦੀਰਾ ਰੋਡ, ਕਾਲੀ ਸਥਾਨ ਆਦਿਕ ਥਾਵਾਂ ਤੋਂ ਹੁੰਦਿਆਂ ਆਇਆ ਗੁਰਦੁਆਰਾ ਬਾਲ ਲੀਲਾ ਸਾਹਿਬ ਤੇ ਫਿਰ ਉੱਥੋਂ ਦਰਸ਼ਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਜੀ ਵਿਖੇ ਪਹੁੰਚਣਗੇ। ਇਸੇ ਤਰ੍ਹਾਂ ਅਗਲੇ ਦਿਨਾਂ ਦੀਆਂ ਪ੍ਰਭਾਤ ਫੇਰੀਆਂ ਦਾ ਸਾਰਾ ਜੋ ਰੂਟੀਨ ਹੈ ਉਹ ਆਪ ਨੂੰ ਰੋਜ਼ਾਨਾ
शामी भी और सवेरे भी सुना दिता जाया करेगा। आपने होर कोई जानकारी लैनी होवे ते जिहड़े नगर कीर्तन दे कन्वीनर हैं उन्हां कोलों लै सकदे हो या दफ्तर तो प्राप्त कर सकते हो। सारिਆਂ ਨੂੰ गुजारिश है भी सारे इन्हां प्रभात फेरियां विच जितना ज़्यादा महाराज जी के आगमन दीयां रौनकां वधाओगे गुरु नानक पातशाह उतनियां तुहाडे जीवन दीयां रौनकां वधा देणगे। गुरु दीयां खुशियां दी दात झोली च पवेगी। जे आए महाराज लै ही आए ने तो फिर सौं के समा पास करन दी लोड़ नहीं। महाराज दे चरनां च जाग के जुड़ के सवेरे 3:30 बजे किवाड़ खुल जाते। नितनेम की आरंभता जिहड़ी है वो 1:30 बजे हो जाती। सुखमनी साहिब जी के पाठ, पंज बाणियां दे पाठ, फिर जपजी साहिब जी के पाठ ते 3:30 बजे किवाड़ खुल जाते हैं। लगभग 4 बजे महाराज जी का हुक्मनामा जिहड़ा वो प्राप्त होता है और फिर इस तरह शस्त्रां की आदक की सेवा चलती है। और पहली अरदास जिहड़ी किवाड़ खुलण वेले होंदी उस तो इलावा जिहड़ी दीवान विच आउंदी है पहली अरदास 6:15 बजे हो जाती है। फिर गुरबाणी का कीर्तन चलता है। इस तरह आशा की वार दे कीर्तन तो बाद 6:15 बजे अरदास, फिर बाणी का कीर्तन 8 बजे तक ते 8 तो 9 बजे तक फिर गुरबाणी की कथा जो सारी दुनिया च लाइव टैलीकास्ट संगतां सुनदियां हन। ਲੱਖਾਂ ही श्रोते आनंद माणते हैं। फिर 9 बजे अरदास ते फिर शस्त्रां दा दीदार महाराज जियां दा प्राप्त होंदा है। और फिर इस तरह अगे दीवान बिलावल चौंकी तो बाद लगातार चलते रहते। आप वध तो वध हाज़रियां भर के गुरु साहिब दियां खुशियां प्राप्त करो। इस वेले इन्ने ही बचन प्रवान करना बड़ी एकाग्रता ते प्रेम सहित आप सारिਆਂ ने सरवण किया। गुरुदेव जी सब दियां हाज़रियां अपने दर प्रवान करन। आओ सारे मिल के 2 मिनट लई महामंत्र गुरु मंत्र दे जाप नाल जुड़िए। फिर अरदास ते फिर खिमा प्रार्थी होवांगे। वाहेगुरु 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 जी का खालसा वाहेगुरु जी की फतेह। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।